प्यारे विद्यार्थियों, मैं अमरनाथ गौरमेंट सीनियर सैकेंडरी स्कूल जफरवाल गुरदासपुर ਵਿੱਚ ਐਜ਼ ਏ ਕੈਮਿਸਟਰੀ ਲੈਕਚਰਰ ਕੰਮ ਕਰ ਰਿਹਾ ਹਾਂ। ਅੱਜ ਅਸੀਂ ਕਲਾਸ 12th ਸਬਜੈਕਟ ਕੈਮਿਸਟਰੀ ਚੈਪਟਰ ਨੰਬਰ 9 ਕੋਆਰਡੀਨੇਸ਼ਨ ਕੰਪਾਊਂਡ ਵਿੱਚੋਂ ਬਹੁਤ ਹੀ ਮਹੱਤਵਪੂਰਨ ਟੌਪਿਕ IUPAC ਨੋਮਨਕਲੇਚਰ ਆਫ ਕੋਆਰਡੀਨੇਸ਼ਨ ਕੰਪਾਊਂਡਸ ਬਾਰੇ ਪੜ੍ਹਾਂਗੇ। ਇਹ ਬੱਚਿਓ ਕੰਟੈਂਟਸ ਨੇ ਜੋ ਅਸੀਂ ਇਸ ਲੈਕਚਰ ਵਿੱਚ ਪੜ੍ਹਨੇ ਨੇ, ਪਰ ਸਾਡਾ ਮੇਨ ਜੋ ਫੋਕਸ ਹੋਵੇਗਾ ਉਹ IUPAC ਨੋਮਨਕਲੇਚਰ ਆਫ ਕੋਆਰਡੀਨੇਸ਼ਨ ਕੰਪਾਊਂਡਸ ਉੱਪਰ ਹੋਵੇਗਾ। ਸਭ ਤੋਂ ਪਹਿਲਾਂ ਵਟ ਆਰ ਕੋਆਰਡੀਨੇਸ਼ਨ ਕੰਪਾਊਂਡਸ। ਕੋਆਰਡੀਨੇਸ਼ਨ ਕੰਪਾਊਂਡਸ ਕੀ ਹੁੰਦੇ ਹਨ? ਬੱਚਿਓ, ਕੋਆਰਡੀਨੇਸ਼ਨ ਕੰਪਾਊਂਡ ਕੰਪਲੈਕਸ ਮੋਲੀਕਿਊਲਸ ਹੁੰਦੇ ਹਨ ਜਿਨ੍ਹਾਂ ਵਿੱਚ ਇੱਕ ਸੈਂਟਰ ਮੈਟਲ ਐਟਮ ਜਾਂ ਆਇਨ ਜੋ ਇੱਕ ਤੋਂ ਜ਼ਿਆਦਾ ਵੀ ਹੋ ਸਕਦਾ ਹੈ ਅਤੇ ਉਸ ਦੁਆਲੇ ਫਿਕਸ ਨੰਬਰ ਆਫ ਐਟਮਸ, ਆਇਨਸ ਔਰ ਮੋਲੀਕਿਊਲਸ ਸਰਾਊਂਡ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਲਿਗੈਂਡਸ ਕਹਿੰਦੇ ਹਾਂ। ਇਹ ਦੇਖੋ ਬੱਚਿਓ, ਸੈਂਟਰ ਵਿੱਚ ਰੈੱਡ ਕਲਰ ਵਿੱਚ ਸੈਂਟਰ ਮੈਟਲ ਐਟਮ ਜਾਂ ਆਇਨ ਹੈ ਜਿਸ ਨੂੰ ਲਿਗੈਂਡਸ ਨੇ ਸਰਾਊਂਡ ਕੀਤਾ ਹੋਇਆ ਹੈ। ਮੇਨਲੀ ਡੀ ਬਲੌਕ ਐਲੀਮੈਂਟਸ ਫॉर्म ਕੋਆਰਡੀਨੇਸ਼ਨ ਕੰਪਾਊਂਡ। ਬੱਚਿਓ, ਜ਼ਿਆਦਾਤਰ ਕੋਆਰਡੀਨੇਸ਼ਨ ਕੰਪਾਊਂਡ ਡੀ ਬਲੌਕ ਐਲੀਮੈਂਟਸ ਦੁਆਰਾ ਬਣਾਏ ਜਾਂਦੇ ਹਨ। ਡੀ ਬਲੌਕ ਐਲੀਮੈਂਟਸ ਜ਼ਿਆਦਾ ਕੋਆਰਡੀਨੇਸ਼ਨ ਕੰਪਾਊਂਡਸ ਕਿਉਂ ਬਣਾਉਂਦੇ ਹਨ? ਇਸ ਦਾ ਕਾਰਨ ਹੈ ਇਹਨਾਂ ਦਾ ਸਾਈਜ਼ ਆਫ ਐਟਮ ਬਹੁਤ ਘੱਟ ਹੁੰਦਾ ਹੈ, ਇਹਨਾਂ ਦੀ ਚਾਰਜ ਡੈਂਸਿਟੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਹਨਾਂ ਵਿੱਚ ਵੇਕੈਂਟ ਡੀ ਆਰਬਿਟਲ ਅਵੇਲੇਬਲ ਹੁੰਦਾ ਹੈ ਜੋ ਬਹੁਤ ਜ਼ਰੂਰੀ ਹੈ ਬੌਂਡ ਫਾਰਮੇਸ਼ਨ ਲਈ। ਸੈਂਟਰਲ ਮੈਟਲ ਐਟਮ ਜਾਂ ਆਇਨ। ਬੱਚਿਓ, ਜਿਵੇਂ ਅਸੀਂ ਕੋਆਰਡੀਨੇਸ਼ਨ ਕੰਪਾਊਂਡ ਦੀ ਡੈਫੀਨੇਸ਼ਨ ਵਿੱਚ ਇਸ ਬਾਰੇ ਪੜ੍ਹਿਆ, ਕੀ ਹੁੰਦਾ ਹੈ ਸੈਂਟਰ ਮੈਟਲ ਐਟਮ ਜਾਂ ਆਇਨ? ਇਹ ਕੋਆਰਡੀਨੇਸ਼ਨ ਕੰਪਾਊਂਡ ਦੇ ਮੋਲੀਕਿਊਲ ਵਿੱਚ ਸੈਂਟਰ ਵਿੱਚ ਹੋਵੇਗਾ ਜਿਸ ਦੁਆਲੇ ਫਿਕਸਡ ਨੰਬਰ ਆਫ ਐਟਮਸ, ਆਇਨਸ ਔਰ ਮੋਲੀਕਿਊਲਸ ਜਿਨ੍ਹਾਂ ਨੂੰ ਲਿਗੈਂਡਸ ਕਹਿੰਦੇ ਹਨ ਉਹ ਇਸ ਨਾਲ ਅਟੈਚਡ ਹੋਣਗੀਆਂ। ਇਹ ਦੇਖੋ, ਇੱਕ ਕੋਆਰਡੀਨੇਸ਼ਨ ਕੰਪਾਊਂਡ ਦਾ ਮਾਡਲ ਹੈ ਜਿਸ ਵਿੱਚ ਰੈੱਡ ਕਲਰ ਵਿੱਚ ਸੈਂਟਰਲ ਮੈਟਲ ਐਟਮ ਜਾਂ ਆਇਨ ਦਰਸਾਇਆ ਗਿਆ ਹੈ। ਵਟ ਆਰ ਲਿਗੈਂਡਸ। ਬੱਚਿਓ, ਲਿਗੈਂਡਸ ਬਾਰੇ ਵੀ ਅਸੀਂ ਪੜ੍ਹ ਚੁੱਕੇ ਹਾਂ। ਲਿਗੈਂਡਸ ਕੀ ਹੁੰਦੀਆਂ ਹਨ? ਲਿਗੈਂਡਸ ਇਲੈਕਟ੍ਰੋਨ ਡੋਨੇਟ ਕਰਦੀਆਂ ਹਨ ਕਿਸ ਨੂੰ? ਸੈਂਟਰਲ ਮੈਟਲ ਐਟਮ ਜਾਂ ਆਇਨਸ ਨੂੰ, ਅਤੇ ਇਹਨਾਂ ਦਾ ਨੰਬਰ ਸੈਂਟਰਲ ਮੈਟਲ ਐਟਮ ਜਾਂ ਆਇਨ ਦੇ ਦੁਆਲੇ ਫਿਕਸ ਹੁੰਦਾ ਹੈ। ਇਹ ਦੇਖੋ, ਇਸ ਵਿੱਚ ਗ੍ਰੀਨ ਕਲਰ ਵਿੱਚ ਇੱਕ ਲਿਗੈਂਡ ਹੈ ਜੋ ਰੈੱਡ ਕਲਰ ਦੇ ਸੈਂਟਰ ਮੈਟਲ ਐਟਮ ਜਾਂ ਆਇਨ ਨੂੰ ਇਲੈਕਟ੍ਰੋਨ ਡੋਨੇਟ ਕਰ ਰਹੀ ਹੈ ਥਰੂ ਕੋਆਰਡੀਨੇਟ ਬੌਂਡ। ਟਾਈਪਸ ਆਫ ਲਿਗੈਂਡਸ। ਲਿਗੈਂਡਸ ਦੀਆਂ ਕਿੰਨੀਆਂ ਟਾਈਪਸ ਹੁੰਦੀਆਂ ਹਨ ਇਹ ਡਿਪੈਂਡ ਕਰਦਾ ਹੈ ਇਹਨਾਂ ਦੀ ਬਾਈਂਡਿੰਗ ਸਾਈਟ 'ਤੇ। ਬਾਈਂਡਿੰਗ ਸਾਈਟ ਕੀ ਹੁੰਦੀ ਹੈ? ਕੋਈ ਵੀ ਲਿਗੈਂਡ ਕਿੰਨੇ ਐਟਮ ਦੇ ਥਰੂ ਸੈਂਟਰ ਮੈਟਲ ਐਟਮ ਜਾਂ ਆਇਨ ਦੇ ਨਾਲ ਬੌਂਡ ਬਣਾਉਂਦੀ ਹੈ ਉਹ ਉਸ ਦੀਆਂ ਬਾਈਂਡਿੰਗ ਸਾਈਟਸ ਹੋਣਗੀਆਂ। ਅਤੇ ਇਸ ਦੀਆਂ ਟਾਈਪਸ ਹਨ ਯੂਨੀਡੈਂਟੇਡ, ਬਾਈਡੈਂਟੇਡ, ਪੋਲੀਡੈਂਟੇਡ ਅਤੇ ਐਂਬੀਡੈਂਟੇਡ। ਸਭ ਤੋਂ ਪਹਿਲਾਂ ਯੂਨੀਡੈਂਟੇਡ ਲਿਗੈਂਡਸ। ਇਹ ਕੀ ਹੁੰਦੀਆਂ ਹਨ? ਬੱਚਿਓ, ਜਦੋਂ ਕੋਈ ਲਿਗੈਂਡ ਸੈਂਟਰ ਮੈਟਲ ਐਟਮ ਦੇ ਨਾਲ ਇੱਕ ਹੀ ਐਟਮ ਦੇ ਥਰੂ ਬੌਂਡ ਬਣਾਵੇ ਤਾਂ ਉਹ ਯੂਨੀਡੈਂਟੇਡ ਲਿਗੈਂਡ ਹੋਵੇਗੀ। ਉਦਾਹਰਨ ਵਜੋਂ ਅਮੋਨੀਆ, ਕਲੋਰੀਨ ਨੈਗੇਟਿਵ, F ਨੈਗੇਟਿਵ, ਇਹ ਯੂਨੀਡੈਂਟੇਡ ਲਿਗੈਂਡ ਹਨ। ਇਹ ਦੇਖੋ, ਕਲੋਰਾਈਡ ਆਇਨ ਵਾਟਰ ਮੋਲੀਕਿਊਲਸ ਵਿੱਚ ਅਤੇ ਅਮੋਨੀਆ ਵਿੱਚ ਇੱਕ ਹੀ ਡੋਨਰ ਐਟਮ ਹੈ, ਇਸ ਲਈ ਇਹ ਯੂਨੀਡੈਂਟੇਡ ਲਿਗੈਂਡਸ ਹਨ।
ਇਹ ਕੁਝ ਹੋਰ ਉਦਾਹਰਨਾਂ ਨੇ ਯੂਨੀਡੈਂਟਡ ਲਿਗੈਂਡਸ ਦੀਆਂ। ਬਾਈਡੈਂਟਡ ਲਿਗੈਂਡਸ। ਬਾਈਡੈਂਟਡ ਲਿਗੈਂਡਸ ਕੀ ਹੁੰਦੀਆਂ ਹਨ? ਜਦੋਂ ਕੋਈ ਲਿਗੈਂਡ ਸੈਂਟਰ ਮੈਟਲ ਐਟਮ ਜਾਂ ਆਇਨ ਦੇ ਨਾਲ ਦੋ ਐਟਮ ਦੇ ਥਰੂ ਜੁੜੇ ਤਾਂ ਉਸ ਨੂੰ ਅਸੀਂ ਬਾਈਡੈਂਟਡ ਲਿਗੈਂਡ ਕਹਾਂਗੇ, ਭਾਵ ਉਸ ਵਿੱਚ ਦੋ ਡੋਨਰ ਐਟਮ ਹੋਣ। ਉਦਾਹਰਨ ਵਜੋਂ ਇਥਿਲੀਨ ਡਾਈਮੀਨ, ਆਕਜ਼ਲੇਟ ਆਇਨ, ਇਹ ਦੋਨੋਂ ਬਾਈਡੈਂਟਡ ਲਿਗੈਂਡਸ ਹਨ। ਇਹ ਦੇਖੋ ਇਥਿਲੀਨ 1,2 ਡਾਈਮੀਨ ਵਿੱਚ ਦੋ ਜੋ ਨਾਈਟ੍ਰੋਜਨ ਐਟਮ ਹਨ। ਇਸੇ ਤਰ੍ਹਾਂ ਹੀ ਡਾਈਮਥਾਈਲ ਗਲਾਈਕੋਜ਼ਾਈਮ ਵਿੱਚ ਵੀ ਦੋ ਨਾਈਟ੍ਰੋਜਨ ਡੋਨਰ ਐਟਮ ਹਨ। ਪੋਲੀਡੈਂਟਡ ਲਿਗੈਂਡਸ। ਪੋਲੀਡੈਂਟਡ ਲਿਗੈਂਡਸ ਕੀ ਹੁੰਦੀਆਂ ਹਨ? ਜਦੋਂ ਕੋਈ ਲਿਗੈਂਡ ਸੈਂਟਰ ਮੈਟਲ ਐਟਮ ਜਾਂ ਆਇਨ ਨਾਲ ਕਈ ਐਟਮ ਥਰੂ ਬੌਂਡ ਬਣਾਵੇ ਤਾਂ ਉਸ ਨੂੰ ਅਸੀਂ ਪੋਲੀਡੈਂਟਡ ਲਿਗੈਂਡ ਆਖਾਂਗੇ। ਦੇਖੋ ਉਦਾਹਰਨ ਵਜੋਂ EDTA ਜੋ ਹੈਗਜ਼ਾਡੈਂਟਡ ਲਿਗੈਂਡ ਹੈ, ਜੋ ਸੈਂਟਰ ਮੈਟਲ ਐਟਮ ਜਾਂ ਆਇਨ ਦੇ ਨਾਲ 6 ਡੋਨਰ ਐਟਮ ਦੇ ਥਰੂ ਬੌਂਡ ਬਣਾ ਰਹੀ ਹੈ। ਐਂਬੀਡੈਂਟਡ ਲਿਗੈਂਡਸ। ਬੱਚਿਓ, ਐਂਬੀਡੈਂਟਡ ਲਿਗੈਂਡਸ ਕੀ ਹੁੰਦੀਆਂ ਹਨ? ਇਹਨਾਂ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਡੋਨਰ ਐਟਮ ਹੋ ਸਕਦੇ ਹਨ, ਪਰ ਡਿਊਰਿੰਗ ਕੰਪਲੈਕਸ ਫਾਰਮੇਸ਼ਨ ਕੇਵਲ ਇੱਕ ਹੀ ਡੋਨਰ ਐਟਮ ਦੇ ਥਰੂ ਬੌਂਡ ਫਾਰਮੇਸ਼ਨ ਹੋਵੇਗੀ। ਇਹ ਕੁਝ ਐਗਜ਼ਾਮਪਲਸ ਨੇ ਐਂਬੀਡੈਂਟਡ ਲਿਗੈਂਡਸ ਦੀਆਂ। ਕੋਆਰਡੀਨੇਸ਼ਨ ਸਫੀਅਰ। ਬੱਚਿਓ, ਸੈਂਟਰ ਮੈਟਲ ਐਟਮ ਅਤੇ ਲਿਗੈਂਡ ਦੋਨੋਂ ਮਿਲ ਕੇ ਕੋਆਰਡੀਨੇਸ਼ਨ ਸਫੀਅਰ ਬਣਾਉਣਗੇ ਅਤੇ ਇਸ ਨੂੰ ਅਸੀਂ ਸਕੁਏਅਰ ਬ੍ਰੈਕਟ ਵਿੱਚ ਲਿਖਦੇ ਹਾਂ। ਇਹ ਦੇਖੋ ਸੈਂਟਰ ਵਿੱਚ ਮੈਟਲ ਐਟਮ ਅਤੇ ਉਸ ਦੇ ਦੁਆਲੇ ਲਿਗੈਂਡਸ ਦੋਨਾਂ ਨੇ ਮਿਲ ਕੇ ਕੋਆਰਡੀਨੇਸ਼ਨ ਸਫੀਅਰ ਬਣਾਇਆ। ਇਸੇ ਤਰ੍ਹਾਂ ਹੀ ਇਸ ਕੋਆਰਡੀਨੇਸ਼ਨ ਕੰਪਾਊਂਡ ਵਿੱਚ Fe ਅਤੇ Cn ਦੋਨਾਂ ਨੇ ਮਿਲ ਕੇ ਕੋਆਰਡੀਨੇਸ਼ਨ ਸਫੀਅਰ ਬਣਾਇਆ, ਜਿਸ ਨੂੰ ਅਸੀਂ ਸਕੁਏਅਰ ਬ੍ਰੈਕਟ ਵਿੱਚ ਦਰਸਾਇਆ। ਕੋਆਰਡੀਨੇਸ਼ਨ ਨੰਬਰ। ਬੱਚਿਓ, ਸਾਡਾ ਸੈਂਟਰ ਮੈਟਲ ਐਟਮ ਜਾਂ ਆਇਨ ਕਿੰਨਿਆਂ ਲਿਗੈਂਡਸ ਨਾਲ ਜੁੜਦਾ ਹੈ, ਉਹ ਉਸ ਦਾ ਕੋਆਰਡੀਨੇਸ਼ਨ ਨੰਬਰ ਹੁੰਦਾ ਹੈ। ਇਹ ਦੇਖੋ ਸਾਡਾ ਜੋ ਸੈਂਟਰ ਮੈਟਲ ਐਟਮ ਹੈ ਕਿੰਨਿਆਂ ਲਿਗੈਂਡਸ ਨਾਲ ਜੁੜਦਾ ਹੈ, ਉਸ ਦਾ ਕੋਆਰਡੀਨੇਸ਼ਨ ਨੰਬਰ ਹੈ। ਉਦਾਹਰਨ ਵਜੋਂ ਇਸ ਕੋਆਰਡੀਨੇਸ਼ਨ ਕੰਪਾਊਂਡ ਵਿੱਚ Ag 2 NH3 ਦੇ ਨਾਲ ਜੁੜਿਆ ਹੈ, ਇਸ ਲਈ ਇਸ ਦਾ ਕੋਆਰਡੀਨੇਸ਼ਨ ਨੰਬਰ 2 ਹੈ। ਇਸੇ ਤਰ੍ਹਾਂ ਹੀ ਇਸ ਕੋਆਰਡੀਨੇਸ਼ਨ ਕੰਪਾਊਂਡ ਵਿੱਚ Ni 4 NH3 ਨਾਲ ਜੁੜਿਆ ਹੈ, ਇਸ ਲਈ ਇਸ ਦਾ ਕੋਆਰਡੀਨੇਸ਼ਨ ਨੰਬਰ 4 ਹੈ। ਇਹ En ਬਾਈਡੈਂਟਡ ਲਿਗੈਂਡ ਹੈ। ਇਸ ਤਰ੍ਹਾਂ ਫਿਰ ਇੱਕ ਲਿਗੈਂਡ ਬਾਈਡੈਂਟਡ ਲਿਗੈਂਡ ਵਿੱਚ ਦੋ ਡੋਨਰ ਐਟਮ ਹੁੰਦੇ ਹਨ ਅਤੇ ਟੋਟਲ ਫਿਰ ਇਸ ਦਾ ਕੋਆਰਡੀਨੇਸ਼ਨ ਨੰਬਰ 4 ਹੋਵੇਗਾ। ਇਸੇ ਤਰ੍ਹਾਂ ਹੀ ਇਸ ਕੰਪਲੈਕਸ ਵਿੱਚ ਸਾਡਾ ਕੋਆਰਡੀਨੇਸ਼ਨ ਨੰਬਰ 6 ਹੈ। ਆਕਸੀਡੇਸ਼ਨ ਨੰਬਰ। ਆਕਸੀਡੇਸ਼ਨ ਨੰਬਰ ਕੀ ਹੁੰਦਾ ਹੈ? ਇਹ ਚਾਰਜ ਹੁੰਦਾ ਹੈ ਸਾਡੇ ਸੈਂਟਰ ਮੈਟਲ ਐਟਮ ਜਾਂ ਆਇਨ ਦੇ ਦੁਆਲੇ ਜੇਕਰ ਸਾਰੀਆਂ ਲਿਗੈਂਡਸ ਵਿਦ ਇਲੈਕਟ੍ਰੋਨਸ ਰਿਮੂਵ ਕਰ ਦਿੱਤੀਆਂ ਜਾਣ। ਇਹ ਦੇਖੋ ਸੈਂਟਰ ਵਿੱਚ ਮੈਟਲ ਐਟਮ ਅਤੇ ਜੇਕਰ ਸਾਰੀਆਂ ਲਿਗੈਂਡਸ ਵਿਦ ਇਲੈਕਟ੍ਰੋਨ ਰਿਮੂਵ ਕਰ ਦਿੱਤੀਆਂ ਜਾਣ ਤਾਂ ਇਸ ਸੈਂਟਰ ਮੈਟਲ ਐਟਮ ਜਾਂ ਆਇਨ ਉੱਪਰ ਕਿੰਨਾ ਚਾਰਜ ਹੋਵੇਗਾ, ਉਹ ਉਸ ਦਾ ਆਕਸੀਡੇਸ਼ਨ ਨੰਬਰ ਹੋਵੇਗਾ। ਫ੍ਰੀ ਆਇਨਸ ਔਰ ਕਾਊਂਟਰ ਆਇਨਸ, ਇਹ ਕੀ ਹੁੰਦੇ ਹਨ? ਇਹ ਸਾਡੇ ਕੋਆਰਡੀਨੇਸ਼ਨ ਸਫੀਅਰ ਦੇ ਬਾਹਰ ਜੋ ਕੈਟਾਇਨਸ ਅਤੇ ਅਨਾਇਨਸ ਮੌਜੂਦ ਹੁੰਦੇ ਹਨ, ਉਹਨਾਂ ਨੂੰ ਫ੍ਰੀ ਆਇਨਸ ਔਰ
ਕਾਊਂਟਰ ਆਇਨਸ ਕਹਿੰਦੇ ਹਨ। ਇਹ ਦੇਖੋ, ਇਸ ਕੋਆਰਡੀਨੇਸ਼ਨ ਕੰਪਾਊਂਡ ਵਿੱਚ K4 ਜੋ ਹਨ ਉਹ ਕਾਊਂਟਰ ਆਇਨਸ ਹਨ। ਟਾਈਪਸ ਆਫ ਕੋਆਰਡੀਨੇਸ਼ਨ ਕੰਪਲੈਕਸਿਸ ਔਰ ਕੰਪਾਊਂਡਸ। ਕੋਆਰਡੀਨੇਸ਼ਨ ਕੰਪਲੈਕਸ ਨੂੰ ਅਸੀਂ ਦੋ ਤਰੀਕੇ ਨਾਲ ਡਿਵਾਈਡ ਕਰ ਸਕਦੇ ਹਾਂ। ਪਹਿਲੇ ਤਰੀਕੇ ਵਿੱਚ ਹੋਮੋਲੈਕਟਿਕ ਕੰਪਲੈਕਸਿਸ ਅਤੇ ਹੈਟਰੋਲੈਪਟਿਕ ਕੰਪਲੈਕਸਿਸ। ਦੂਸਰੇ ਤਰੀਕੇ ਨਾਲ ਕੈਟਾਇਨਿਕ ਕੰਪਲੈਕਸਿਸ, ਐਨਾਇਨਿਕ ਕੰਪਲੈਕਸਿਸ ਜਾਂ ਨਿਊਟਰਲ ਕੰਪਲੈਕਸਿਸ। ਆਓ ਬੱਚਿਓ, ਹੁਣ ਅਸੀਂ ਆਪਣੇ ਮੇਨ ਟੌਪਿਕ IUPAC ਨੋਮਨਕਲੇਚਰ ਆਫ ਕੋਆਰਡੀਨੇਸ਼ਨ ਕੰਪਾਊਂਡ ਬਾਰੇ ਪੜ੍ਹਦੇ ਹਾਂ। ਇਹਨਾਂ ਦਾ ਨਾਮ ਲਿਖਣ ਲਈ ਕੁਝ ਰੂਲ ਡਿਸਾਈਡ ਕੀਤੇ ਗਏ ਹਨ। ਰੂਲ ਫਸਟ, the name of the positive ion is written before the name of the negative ion in both positively and negatively charged coordination complexes। ਸਾਡਾ ਕੰਪਲੈਕਸ ਭਾਵੇਂ ਪੋਜ਼ਿਟਿਵ ਚਾਰਜ ਹੋਵੇ ਭਾਵੇਂ ਨੈਗੇਟਿਵ ਚਾਰਜ ਹੋਵੇ, ਅਸੀਂ ਹਮੇਸ਼ਾ ਪੋਜ਼ਿਟਿਵ ਆਇਨਸ ਨੂੰ, ਕੈਟਾਇਨਸ ਨੂੰ ਐਨਾਇਨਸ ਤੋਂ ਪਹਿਲਾਂ ਲਿਖਾਂਗੇ। ਇਹ ਦੇਖੋ, ਇਸ ਕੋਆਰਡੀਨੇਸ਼ਨ ਕੰਪਾਊਂਡ ਵਿੱਚ ਸਭ ਤੋਂ ਪਹਿਲਾਂ ਪੋਟਾਸ਼ੀਅਮ ਲਿਖਿਆ ਗਿਆ ਹੈ। ਰੂਲ ਸੈਕੰਡ, the ligands are named in an alphabetical order before the name of central metal atom or ion to which it is coordinated। ਫਿਰ ਅਸੀਂ ਲਿਗੈਂਡ ਦਾ ਨਾਮ ਲਿਖਾਂਗੇ ਸੈਂਟਰਲ ਮੈਟਲ ਐਟਮ ਜਾਂ ਆਇਨ ਤੋਂ ਪਹਿਲਾਂ, ਤੇ ਲਿਗੈਂਡਸ ਦਾ ਨਾਮ ਵੀ ਅਸੀਂ ਐਲਫਾਬੈਟਿਕ ਆਰਡਰ ਵਿੱਚ ਲਿਖਣਾ ਹੈ। ਫਾਰ ਐਗਜ਼ਾਮਪਲ, NH3 would be considered as a ligand and come before Cl। ਜਿਸ ਤਰ੍ਹਾਂ NH3 ਜਿਸ ਨੂੰ ਐਮਨੀ ਬੋਲਦੇ ਹਨ ਅਤੇ ਕਲੋਰੀਨ ਨੂੰ ਕਲੋਰੋ ਬੋਲਿਆ ਜਾਂਦਾ ਹੈ, ਐਮਨੀ ਪਹਿਲਾਂ ਆਵੇਗਾ ਕਲੋਰੋ ਤੋਂ। ਇਹ ਦੇਖੋ, ਇਸ ਕੋਆਰਡੀਨੇਸ਼ਨ ਕੰਪਾਊਂਡ ਵਿੱਚ ਅਸੀਂ ਐਮਨੀ ਨੂੰ ਕਲੋਰੋ ਤੋਂ ਪਹਿਲਾਂ ਲਿਖਿਆ ਹੈ। ਲਿਗੈਂਡਸ ਆਰ ਲਿਸਟਡ ਇਨ ਦਾ ਫੋਲੋਇੰਗ ਆਰਡਰ। ਲਿਗੈਂਡਸ ਨੂੰ ਲਿਖਣ ਦਾ ਕੀ ਆਰਡਰ ਹੈ? ਸਭ ਤੋਂ ਪਹਿਲਾਂ ਅਸੀਂ ਨਿਊਟਰਲ ਲਿਗੈਂਡਸ ਲਿਖਾਂਗੇ, ਫਿਰ ਨੈਗੇਟਿਵ ਲਿਗੈਂਡਸ ਅਤੇ ਬਾਅਦ ਵਿੱਚ ਪੋਜ਼ਿਟਿਵ ਲਿਗੈਂਡਸ। ਜੇਕਰ ਦੋ ਲਿਗੈਂਡਸ ਸੇਮ ਚਾਰਜ ਦੀਆਂ ਆ ਜਾਂਦੀਆਂ ਹਨ ਤਾਂ ਅਸੀਂ ਉਹਨਾਂ ਨੂੰ ਐਲਫਾਬੈਟੀਕਲ ਆਰਡਰ ਵਿੱਚ ਲਿਖਾਂਗੇ। ਰੂਲ ਥਰਡ, the names of negative ligands always end in O, as in fluoro for F negative, chloro for Cl negative, bromo for Br negative, ido for I negative, oxo for O negative, hydroxo for OH negative and cyano for Cn negative। ਜਦੋਂ ਵੀ ਅਸੀਂ ਨੈਗੇਟਿਵ ਲਿਗੈਂਡਸ ਲਿਖਣੀਆਂ ਹਨ ਤਾਂ ਉਹਨਾਂ ਦੇ ਪਿੱਛੇ O ਜੋੜਿਆ ਜਾਂਦਾ ਹੈ। ਜਿਸ ਤਰ੍ਹਾਂ ਜੇਕਰ ਐਂਡ ਵਿੱਚ ਆਈਟ ਆਉਂਦਾ ਹੈ ਤਾਂ ਅਸੀਂ ਉਸ ਨੂੰ O 'ਚ ਬਦਲ ਦਾਂਗੇ। 8 ਨੂੰ ਅਸੀਂ ATO ਵਿੱਚ ਬਦਲ ਦਾਂਗੇ। ITE ਨੂੰ ਅਸੀਂ ITO ਵਿੱਚ ਬਦਲ ਦਾਂਗੇ। Name of neutral ligands and cationic ligands are the same except aqua for H2O, amni for NH3, carbonyl for CO and nitrosol for NO। ਜਦੋਂ ਵੀ ਨਿਊਟਰਲ ਲਿਗੈਂਡਸ ਅਤੇ ਕਟਾਇਨਿਕ ਲਿਗੈਂਡਸ ਆਉਣਗੀਆਂ ਤਾਂ ਅਸੀਂ ਉਹਨਾਂ ਦਾ ਨਾਮ SH ਹੀ ਲਿਖਾਂਗੇ, ਪਰ ਕੁਝ ਲਿਗੈਂਡਸ ਹਨ ਜਿਸ ਤਰ੍ਹਾਂ H2O, ਇਸ ਨੂੰ ਐਕਵਾ ਲਿਖਾਂਗੇ। NH3 ਨੂੰ ਅਸੀਂ ਐਮਨੀ ਲਿਖਾਂਗੇ। ਕਾਰਬੋਨਲ ਨੂੰ ਅਸੀਂ CO ਵਾਸਤੇ ਯੂਜ਼ ਕਰਾਂਗੇ ਅਤੇ ਨਾਈਟ੍ਰੋਸਲ ਅਸੀਂ NO ਵਾਸਤੇ ਯੂਜ਼ ਕਰਾਂਗੇ।
Rule fourth, prefixes mono, di, tri, etc. are used to indicate the number of individual ligand in coordination entity. For example, in ਜਦੋਂ ਵੀ ਅਸੀਂ ਕਿਸੇ ਲਿਗਨ ਦਾ ਨੰਬਰ ਦੱਸਣਾ ਹੈ, ਭਾਵ ਕਿੰਨੀਆਂ ਲਿਗਨ ਜੁੜੀਆਂ ਹਨ, ਤਾਂ ਉਸ ਦੇ ਨਾਲ ਮੋਨੋ, ਡਾਈ, ਟਰਾਈ ਐਕਸੈਕਟਰਾ ਯੂਜ਼ ਕਰਾਂਗੇ। ਜਿਸ ਤਰ੍ਹਾਂ ਐਗਜ਼ਾਮਪਲ ਵਿੱਚ ਦੇਖੋ, ਇਸ ਵਿੱਚ ਹੁਣ 5 NH3 ਲਿਗਨਸ ਹਨ ਅਤੇ ਇੱਕ ਜੋ ਹੈ ਉਹ ਕਲੋਰੋ ਲਿਗਨ ਹੈ, ਤਾਂ ਇਸ ਦਾ ਫਿਰ ਅਸੀਂ ਪੈਂਟਾ ਐਮਨੀ ਯੂਜ਼ ਕੀਤਾ ਹੈ NH3 ਲਈ। When the names of ligands contain a numerical prefix, then the term base, trace, tetrakis, etc. are used, to which they refer being placed in the parenthesis। ਬੱਚਿਓ, ਜੇਕਰ ਸਾਡਾ ਜੋ ਨਿਊਮਰਲ ਪ੍ਰੀਫਿਕਸ ਬਾਈ, ਟਰਾਈ, ਟੈਟਰਾ ਐਕਸੈਕਟਰਾ ਪਹਿਲਾਂ ਹੀ ਸਾਡੇ ਲਿਗਨ ਵਿੱਚ ਮੌਜੂਦ ਹੁੰਦਾ ਹੈ, ਤਾਂ ਉਸ ਲਈ ਅਸੀਂ ਬੇਸ, ਟ੍ਰੇਸ, ਟੈਟਰਾਕਿਸ ਐਕਸੈਕਟਰਾ ਯੂਜ਼ ਕਰਦੇ ਹਾਂ। ਫਾਰ ਐਗਜ਼ਾਮਪਲ, ਇਸ ਕੋਆਰਡੀਨੇਸ਼ਨ ਕੰਪਾਊਂਡ ਵਿੱਚ ਇਥਿਲੀਨ ਡਾਈ ਅਮੀਨ, ਡਾਈ ਇਸ ਵਿੱਚ ਪਹਿਲਾਂ ਹੀ ਆ ਗਿਆ ਹੈ, ਇਸ ਲਈ ਇਸ ਨੂੰ ਅਸੀਂ ਬਿਸ ਨਾਲ ਰਿਪਰਜੈਂਟ ਕਰਾਂਗੇ, ਇਸ ਲਈ ਇਸ ਦਾ ਨਾਮ ਕਲੋਰੋ ਬਿਸ ਇਥਿਲੀਨ ਡਾਈ ਅਮੀਨ ਕੋਬਾਲਟ 3 ਸਲਫੇਟ ਬਣਿਆ ਹੈ। Rule fifth, oxidation state of the metal in cationic, anionic or neutral coordination entity is indicated by Roman numeral parenthesis। ਬੱਚਿਓ, ਜਦੋਂ ਵੀ ਅਸੀਂ ਆਪਣੇ ਮੈਟਲ ਐਟਮ ਜਾਂ ਆਇਨ ਦੀ, ਭਾਵੇਂ ਉਹ ਕਟਾਈਨਿਕ ਕੰਪਲੈਕਸ ਵਿੱਚ ਹੋਵੇ, ਐਨਾਇਨਿਕ ਕੰਪਲੈਕਸ ਵਿੱਚ ਹੋਵੇ ਜਾਂ ਨਿਊਟਰਲ ਕੋਆਰਡੀਨੇਸ਼ਨ ਐਂਟੀਟੀ ਵਿੱਚ ਹੋਵੇ, ਉਸ ਦੀ ਆਕਸੀਜਨ ਸਟੇਟ ਅਸੀਂ ਹਮੇਸ਼ਾ ਰੋਮਨ ਨੰਬਰ ਵਿੱਚ ਲਿਖਣੀ ਹੈ ਅਤੇ ਬ੍ਰੈਕਟ ਵਿੱਚ ਲਿਖਣੀ ਹੈ। ਉਦਾਹਰਨ ਵਜੋਂ ਦੇਖੋ, ਇਸ ਕੋਆਰਡੀਨੇਸ਼ਨ ਕੰਪਾਊਂਡ ਵਿੱਚ ਜੋ ਕੋਬਾਲਟ ਦੀ ਆਕਸੀਡੇਸ਼ਨ ਸਟੇਟ ਹੈ ਉਹ ਅਸੀਂ ਰੋਮਨ ਨੰਬਰ ਵਿੱਚ 3 ਲਿਖੀ ਹੈ ਅਤੇ ਬ੍ਰੈਕਟ ਵਿੱਚ ਲਿਖੀ ਹੈ। Rule sixth, if the complex ion is a cation, the metal name is same as the element। ਜੇਕਰ ਸਾਡਾ ਜੋ ਕੰਪਲੈਕਸ ਆਇਨ ਹੈ, ਜੋ ਲਿਗੈਂਡ ਅਤੇ ਸੈਂਟਰ ਮੈਟਲ ਐਟਮ ਜਾਂ ਆਇਨ ਮਿਲ ਕੇ ਬਣਾਉਂਦੀ ਹੈ, ਉਹ ਇੱਕ ਕਟਾਈਨ ਹੋਵੇ, ਤਾਂ ਅਸੀਂ ਜੋ ਸਾਡਾ ਮੈਟਲ ਦਾ ਨੇਮ ਹੈ ਉਹ SH ਹੀ ਰਹਿਣ ਦੇਵਾਂਗੇ। ਉਦਾਹਰਨ ਵਜੋਂ, ਇਸ ਕੋਆਰਡੀਨੇਸ਼ਨ ਕੰਪਾਊਂਡ ਵਿੱਚ ਜੋ ਕੋਬਾਲਟ ਦਾ ਨਾਮ ਅਸੀਂ ਨਹੀਂ ਚੇਂਜ ਕੀਤਾ, ਕਿਉਂਕਿ ਇਹ ਸਾਡਾ ਜੋ ਕੰਪਲੈਕਸ ਆਇਨ ਹੈ ਇੱਕ ਕਟਾਈਨ ਹੈ। If the complex ion is an anion, the name of the metal end with the suffix -ate is used। ਜੇਕਰ ਸਾਡਾ ਜੋ ਕੰਪਲੈਕਸ ਆਇਨ ਹੈ ਉਹ ਇੱਕ ਐਨਾਇਨ ਹੋਵੇ, ਤਾਂ ਅਸੀਂ ਮੈਟਲ ਦੇ ਨਾਮ ਦੇ ਐਂਡ ਵਿੱਚ 8 ਜੋੜਾਂਗੇ। ਉਦਾਹਰਨ ਵਜੋਂ, ਇਸ ਕੰਪਲੈਕਸ ਵਿੱਚ ਜੋ ਔਰਮ ਆ ਉਸ ਦੇ ਐਂਡ ਵਿੱਚ ਅਸੀਂ 8 ਜੋੜਿਆ ਹੈ, ਜਿਸ ਕਰਕੇ ਉਹ ਔਰੇਟ ਹੋ ਗਿਆ ਹੈ। For some metal, Latin names are used in the complex anion। ਕੁਝ ਕੰਪਲੈਕਸ ਐਨਾਇਨ ਵਿੱਚ ਅਸੀਂ ਲੈਟਨ ਨੇਮ ਯੂਜ਼ ਕਰਦੇ ਹਾਂ ਮੈਟਲ ਦੇ ਨਾਮ ਲਈ। ਉਦਾਹਰਨ ਵਜੋਂ, ਇਸ ਕੰਪਲੈਕਸ ਵਿੱਚ ਗੋਲਡ ਨੂੰ ਅਸੀਂ ਔਰਮ ਭਾਵ ਔਰੇਟ ਲਿਖਿਆ ਹੈ। ਇਹ ਕੁਝ ਐਨਾਇਨਿਕ ਕੰਪਲੈਕਸ ਹਨ ਅਤੇ ਉਹਨਾਂ ਦੇ ਨਾਮ ਦਰਸਾਏ ਗਏ ਹਨ। Rule 7th, neutral complex molecule is named similar to that of the complex cation। ਜੇਕਰ ਸਾਡਾ ਕੰਪਲੈਕਸ ਨਿਊਟਰਲ ਕੰਪਲੈਕਸ ਹੋਵੇ ਤਾਂ ਉਸ ਦੇ ਨਾਮ ਨੂੰ ਅਸੀਂ SH ਹੀ ਰਹਿਣ ਦਾਂਗੇ।
जिस तरह देखो एक न्यूट्रल कोऑर्डिनेशन कंपाउंड है, इसलिए ਅਸੀਂ क्रोमियम ਨੂੰ ਐਜ਼ ਸੱਚ क्रोमियम ही लिखिया होया है। आओ बच्चों ਹੁਣ ਅਸੀਂ ਇਹਨਾਂ ਰੂਲਸ ਦੀ ਮਦਦ ਨਾਲ ਇਸ ਕੋਆਰਡੀਨੇਸ਼ਨ ਕੰਪਾਊਂਡ ਦਾ IUPAC ਨੇਮ ਲਿਖਾਂਗੇ। ਇਸ ਲਈ ਸਾਨੂੰ 4 ਆਪਸ਼ਨ ਦਿੱਤੀਆਂ ਹੋਈਆਂ ਹਨ। ਇਹਨਾਂ ਵਿੱਚੋਂ ਇਸ ਦੇ IUPAC ਨੇਮ ਲਈ ਇੱਕ ਆਪਸ਼ਨ ਕਰੈਕਟ ਹੈ। आओ पता करिए वो ਕਿਹੜੀ है। इस कोऑर्डिनेशन कंपाउंड विच K पॉजिटिव 3 काउंटर आयन हैं। नंबर ऑफ कार्बन लिगेंड 1 है, नंबर ऑफ साइनो लिगेंड 5 हैं। ओवरऑल नेगेटिव चार्ज ऑन कंपलैक्स आयन -3 है। देयरफॉर ऑक्सीडेशन स्टेट ऑफ Fe+2 होगी। सब तो पहला असी कैटाइन का नाम लिखांगे जो पोटाशियम है। इस तो बाद लिगेंड का नाम आएगा जो रूल 2 के अकॉर्डिंग होगा। सब तो पहला कार्बन लिगेंड आएगी, फिर साइनो। उस तो बाद असी प्रीफिक्स पेंटा यूज़ करांगे साइनो लई। अते इस तो बाद Fe की ऑक्सीजन स्टेट जो +2 है, क्योंकि ये नैगेटिव आयन है इसलिए फेरेट आएगा। इसका नाम बनेगा पोटाशियम कार्बोनिल पेंटा साइनो फेरेट 2। आओ बच्चों हुण असी इस कोऑर्डिनेशन कंपाउंड का IUPAC नेम लिखते हैं। इस कोऑर्डिनेशन कंपाउंड विच कंपलैक्स आयन एक कैटाइन है। काउंटर एनाइन्स 3 ब्रोमाइड एनाइन्स हैं। NH3 न्यूट्रल लिगेंड्स हैं। Cl उपर -1 चार्ज है जो नैगेटिव लिगेंड है, इसलिए PT का ऑक्सीडेशन नंबर +4 होगा। इसका नाम बनेगा पेंटा एमनी क्लोरो प्लैटिनम 4 ब्रोमाइड। आओ बच्चों हुण इस कोऑर्डिनेशन कंपाउंड का IUPAC रूल्स के थ्रू असी नाम लिखते हैं। इस कोऑर्डिनेशन कंपाउंड विच इथिलीन डाईअमीन एक बाइडेंटल लिगेंड है, इसलिए असी डाई की जगह बिस यूज़ करांगे। इसका नाम होएगा डाई क्लोरो बिस इथिलीन डाईअमीन प्लैटिनम 4। रीकैपिचुलेशन बच्चों, जो असी अपने इस लैक्चर में पढ़िया एक बारी उसकी दोहराई करिए। सब तो पहला असी कोऑर्डिनेशन कंपाउंड बारे दसिया। कोऑर्डिनेशन कंपाउंड की होंदे हैं, जिन्हां विच एक सेंट्रल मैटल एटम जां आयन हुंदा है, जिस दे दुआले कुछ एटम्स आयन जां जो मॉलिक्यूल्स आ सराउंड होंदे हैं, जिन्हां नूं लिगेंड्स कहा जाता है। फिर असी पढ़िया भी मेनली D ब्लॉक एलीमेंट्स ही कोऑर्डिनेशन कंपाउंड बनाते हैं। वो क्यों, वो भी दसिया क्योंकि इन्हां दा चार्ज ज़्यादा हुंदा है अते इन्हां दे जो वेकेंट D ऑर्बिटल हुंदा है, इन्हां दा साइज स्मॉल हुंदा है। उस तो बाद असी टाइप्स ऑफ कंपलैक्सिस पढ़े। होमोलैक्टिक कंपलैक्सिस जिन्हां विच केवल एक ही प्रकार दी लिगेंड हुंदियां हन। हेटरोलैप्टिक कंपलैक्सिस जिन्हां विच अलग अलग प्रकार दी लिगेंड्स हुंदियां हन। लिगेंड्स की करदियां ने, इलैक्ट्रॉन डोनेट करदियां ने सेंटर मैटल एटम जां आयन नूं। उस तो बाद असी रूल पढ़े IUPAC रूल्स फॉर राइटिंग IUPAC नेम ऑफ कोऑर्डिनेशन कंपाउंड्स। अते फिर असी इन्हां दा सीक्वेंस पढ़िया, किस सीक्वेंस विच IUPAC नेम लिखा जाता है। सब तो पहला कैटाइन लिखा जाता है, फिर लिगेंड लिखी जाती है, फिर उस तो बाद सेंटर मैटल एटम लिखा जाता है अते उसकी ऑक्सीजन स्टेट जो रोमन नंबर विच लिखी जाती है अते बाद विच जो एनाइन्स जो काउंटर एनाइन्स होंदे हैं उन्हां नूं लिखा जाता है। बच्चों ये कुछ कोऑर्डिनेशन कंपाउंड्स हैं जिन्हां दे तुसीं IUPAC नेम्स लिखने हैं। फस्ट है FeNH36 स्क्वायर ब्रैकेट क्लोज
NO3 3, सेकंड है NH3 4 ट्वाइस स्क्वायर ब्रैकेट CuCl4 स्क्वायर ब्रैकेट क्लोज। थर्ड है Na3 स्क्वायर ब्रैकेट FeCl1 CN5 स्क्वायर ब्रैकेट क्लोज। फोर्थ है K3 स्क्वायर ब्रैकेट COF6 स्क्वायर ब्रैकेट क्लोज। ਬੱਚਿਓ, ਮੈਂ ਆਸ ਕਰਦਾ ਹਾਂ ਕਿ ਮੈਂ ਤੁਹਾਨੂੰ IUPAC ਨੋਮਨਕਲੇਚਰ ਆਫ ਕੋਆਰਡੀਨੇਸ਼ਨ ਕੰਪਾਊਂਡ ਸਰਲ ਤਰੀਕੇ ਨਾਲ ਸਮਝਾਉਣ ਵਿੱਚ ਸਫਲ ਹੋਇਆ ਹਾਂ। ਤੁਸੀਂ ਵੱਧ ਤੋਂ ਵੱਧ ਇਹਨਾਂ ਦੇ IUPAC ਨੇਮਸ ਲਿਖਣ ਦੀ ਪ੍ਰੈਕਟਿਸ ਕਰਨੀ ਹੈ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।